ਭਾਰਤ ਦਾ ਜਿਹੜਾ ਕਾਨੂੰਨ ਸਾਨੂੰ ਸਨਮਾਨ ਦੇ ਨਾਲ ਸਵੈਮਾਨ ਦੇ ਨਾਲ ਜ਼ਿੰਦਗੀ ਬਤੀਤ ਕਰਨ ਲਈ ਜ਼ਿੰਦਗੀ ਜਿਉਣ ਲਈ ਕੁਝ ਮੌਲਿਕ ਅਧਿਕਾਰ ਦਿੰਦਾ ਹੈ, ਉਹੀ ਸੰਵਿਧਾਨ ਉਹੀ ਕਾਨੂੰਨ ਸਾਨੂੰ ਸਾਡੀਆਂ ਕੁਝ ਜ਼ਿੰਮੇਵਾਰੀਆਂ ਵੀ ਨਿਯਤ ਕਰਦਾ ਹੈ, ਫਿਕਸ ਕਰਦਾ ਹੈ। ਸੋ ਪਿਆਰੇ ਵਿਦਿਆਰਥੀਓ, ਮੈਂ ਹਾਂ ਦਵਿੰਦਰ ਸ਼ਰਮਾ, ਸਮਾਜਿਕ ਵਿਗਿਆਨ ਦਾ ਅਧਿਆਪਕ ਜ਼ਿਲ੍ਹਾ ਕਪੂਰਥਲਾ ਤੋਂ, ਤੇ ਮੈਂ ਤੁਹਾਡੇ ਲਈ ਅੱਜ ਲੈ ਕੇ ਆਇਆ ਹਾਂ 10ਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੇ ਨਾਗਰਿਕ ਸ਼ਾਸਤਰ ਦੇ ਪਾਠ 10 ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਸੰਬੰਧੀ ਕੁਝ ਜਾਣਕਾਰੀਆਂ ਲੈ ਕੇ। ਤੇ ਮੇਰੀ ਇੱਕ ਕੋਸ਼ਿਸ਼ ਹੋਏਗੀ ਕਿ ਮੈਂ ਤੁਹਾਡੇ ਨਾਲ ਉਹਨਾਂ ਜਾਣਕਾਰੀਆਂ ਨੂੰ ਵਿਸਥਾਰਪੂਰਵਕ ਸਾਂਝੀਆਂ ਕਰਾਂ। ਤਾਂ ਮੈਂ ਆਪਣਾ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਕਰਦਾ ਹਾਂ ਕਿ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੀਆਂ ਕਾਪੀਆਂ ਉੱਪਰ ਨੋਟ ਕਰ ਲੈਣਾ। ਚਲੋ ਆਪਾਂ ਸ਼ੁਰੂ ਕਰਦੇ ਹਾਂ। ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ। ਵਿਦਿਆਰਥੀਓ, ਤੁਹਾਨੂੰ ਪਤਾ ਹੈ ਕਿ ਜਦੋਂ ਅਸੀਂ ਆਜ਼ਾਦ ਹੋਏ ਸੀ 15 ਅਗਸਤ 1947 ਨੂੰ, ਤਾਂ ਉਸ ਸਮੇਂ ਸਾਡਾ ਦੇਸ਼ 562 ਰਿਆਸਤਾਂ ਦੇ ਵਿੱਚ ਵੰਡਿਆ ਹੋਇਆ ਸੀ। ਜਦੋਂ ਅੰਗਰੇਜ਼ ਚਲੇ ਜਾਂਦੇ ਹਨ ਤਾਂ ਭਾਰਤ ਨੂੰ 562 ਰਿਆਸਤਾਂ ਤੋਂ ਇੱਕ ਭਾਰਤ ਬਣਾਉਣ ਲਈ ਇੱਕ ਮੁਹਿੰਮ ਸ਼ੁਰੂ ਕਰਨੀ ਪੈਂਦੀ ਹੈ। ਸੋ ਉਹ 562 ਰਿਆਸਤਾਂ ਮਿਲ ਕੇ ਜਦੋਂ ਇੱਕ ਭਾਰਤ ਬਣਦਾ ਹੈ ਤਾਂ ਉਸ ਭਾਰਤ ਨੂੰ ਚਲਾਉਣ ਲਈ ਇੱਕ ਕਾਨੂੰਨ ਦੀ ਲੋੜ ਹੁੰਦੀ ਹੈ। ਸਾਨੂੰ ਪਤਾ ਹੈ ਕਿ ਅੱਜ ਵੀ ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਬੋਲੀਆਂ ਬੋਲੀਆਂ ਜਾਂਦੀਆਂ ਹਨ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਧਰਮ ਹਨ। ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਅਨੇਕਤਾਵਾਂ ਹਨ, ਪਰ ਇਸ ਦੇ ਬਾਵਜੂਦ ਵੀ ਸਾਡੇ ਦੇਸ਼ ਵਿੱਚ ਇਹਨਾਂ ਅਨੇਕਤਾਵਾਂ ਨੂੰ ਏਕਤਾ ਦੇ ਵਿੱਚ ਪਰੋ ਕੇ ਰੱਖਣ ਲਈ ਜਿਹੜੀ ਚੀਜ਼ ਸਭ ਤੋਂ ਜ਼ਰੂਰੀ ਅਤੇ ਪਹਿਲੇ ਨੰਬਰ ਤੇ ਹੈ ਉਹ ਹੈ ਭਾਰਤ ਦਾ ਸੰਵਿਧਾਨ। ਸੋ ਜਦੋਂ ਅਸੀਂ ਸੰਵਿਧਾਨ ਸ਼ਬਦ ਨੂੰ ਸੁਣਦੇ ਹਾਂ ਤਾਂ ਸਾਡੇ ਮਨ ਵਿੱਚ ਆਉਂਦਾ ਹੈ ਕਿ ਕੀ ਹੋਏਗਾ ਸੰਵਿਧਾਨ। ਸੋ ਬੱਚਿਓ, ਸਾਡੇ ਭਾਰਤ ਦੇਸ਼ ਦਾ ਰਾਜ ਪ੍ਰਬੰਧ ਚਲਾਉਣ ਲਈ ਕੁਝ ਜਿਹੜੇ ਨਿਯਮ ਹਨ ਉਹ ਬਣਾਏ ਹੋਏ ਹਨ। ਠੀਕ ਹੈ ਜੀ, ਇਹਨਾਂ ਨਿਯਮਾਂ ਨੂੰ ਕਾਨੂੰਨ ਕਿਹਾ ਜਾਂਦਾ ਹੈ। ਸੋ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨਿਯਮਾਂ ਤੇ ਕਾਨੂੰਨਾਂ ਦੇ ਸੰਗ੍ਰਹਿ ਨੂੰ ਸੰਵਿਧਾਨ ਕਿਹਾ ਜਾਂਦਾ ਹੈ। ਸੋ ਸੰਵਿਧਾਨ ਜਿਹੜਾ ਹੈ ਇੱਕ ਕਾਨੂੰਨੀ ਦਸਤਾਵੇਜ਼ ਹੈ, ਇੱਕ ਕਾਨੂੰਨਾਂ ਦਾ ਸੰਗ੍ਰਹਿ ਹੈ ਜਿਸ ਅਨੁਸਾਰ ਦੇਸ਼ ਦਾ ਸ਼ਾਸਨ ਪ੍ਰਬੰਧ ਚਲਾਇਆ ਜਾਂਦਾ ਹੈ। ਸੋ ਬੱਚਿਓ, ਮੇਰਾ ਖਿਆਲ ਹੈ ਤੁਸੀਂ ਸਮਝ ਗਏ ਹੋਵੋਗੇ ਕਿ ਸਾਰੇ ਦੇਸ਼ ਨੂੰ ਇੱਕ ਮੁੱਠ ਵਿੱਚ ਬੰਦ ਰੱਖਣ ਦੇ ਲਈ, ਇਕੱਠਾ ਰੱਖਣ ਦੇ ਲਈ, ਸਾਰਿਆਂ ਲਈ ਇੱਕ ਤਰ੍ਹਾਂ ਦਾ ਕਾਨੂੰਨ ਬਣਾਉਣ ਦੇ ਲਈ ਉਦੋਂ ਲੋੜ ਪਈ ਹੋਏਗੀ ਇੱਕ ਇਸ ਤਰ੍ਹਾਂ ਦੇ ਕਾਨੂੰਨ ਦੀ, ਇੱਕ ਇਸ ਤਰ੍ਹਾਂ ਦੇ ਸੰਵਿਧਾਨ ਦੀ ਜਿਸ ਅਨੁਸਾਰ ਜਿਸ ਦੀ ਨਜ਼ਰ ਵਿੱਚ ਸਾਰਾ ਦੇਸ਼ ਇੱਕ ਬਰਾਬਰ ਹੋਵੇ। ਉਸ ਕਾਨੂੰਨਾਂ ਦੇ ਸੰਗ੍ਰਹਿ ਨੂੰ ਜਾਂ ਦਸਤਾਵੇਜ਼ ਨੂੰ ਉਸ ਨੂੰ ਸੰਵਿਧਾਨ ਕਿਹਾ ਜਾਂਦਾ ਹੈ ਜਿਸ ਅਨੁਸਾਰ ਜਿਹੜਾ ਹੈ ਕਿਸੇ ਵੀ ਦੇਸ਼ ਦਾ ਸ਼ਾਸਨ ਪ੍ਰਬੰਧ ਸਰਕਾਰਾਂ ਚਲਾਈਆਂ ਜਾਂਦੀਆਂ ਹਨ। ਸੰਵਿਧਾਨ ਕਿਸੇ ਵੀ ਦੇਸ਼ ਦਾ ਇੱਕ ਮੌਲਿਕ ਕਾਨੂੰਨੀ ਦਸਤਾਵੇਜ਼ ਹੁੰਦਾ ਹੈ। ਠੀਕ ਹੈ ਜੀ, ਸੰਵਿਧਾਨ ਦੇਸ਼ ਦੇ ਸਾਰੇ ਹੋਰ ਕਾਨੂੰਨਾਂ ਤੋਂ ਸਰਵਸ਼੍ਰੇਸ਼ਟ ਹੁੰਦਾ ਹੈ ਤੇ ਕੋਈ ਵੀ ਅਜਿਹਾ ਕਾਨੂੰਨ ਜਿਹੜਾ ਹੈ ਉਹ ਨਹੀਂ ਬਣਾਇਆ ਜਾ ਸਕਦਾ ਜੋ ਸੰਵਿਧਾਨ ਦੀ ਉਲੰਘਣਾ ਕਰਦਾ ਹੋਵੇ ਜਾਂ ਸੰਵਿਧਾਨ ਅਨੁਸਾਰ ਨਾ ਹੋਵੇ, ਸੰਵਿਧਾਨ ਦੀ ਭਾਵਨਾ ਦੇ ਅਨੁਸਾਰ ਨਾ ਹੋਵੇ। ਸੋ ਬੱਚਿਓ, ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਜਿਹੜਾ ਸੰਵਿਧਾਨ ਸਾਡੇ ਭਾਰਤ ਦਾ ਸੰਵਿਧਾਨ ਹੈ ਉਹ ਸਾਰੇ ਕਾਨੂੰਨਾਂ ਤੋਂ ਉੱਪਰ ਹੈ। ਜੇ ਮੈਂ ਕਹਾਂ ਤਾਂ ਸੂਰਜ ਦੇ ਸਮਾਨ ਹੈ ਜੋ ਸਾਨੂੰ ਪ੍ਰਕਾਸ਼ ਦੇ ਰੂਪ ਵਿੱਚ, ਗਰਮੀ ਦੇ ਰੂਪ ਵਿੱਚ ਜ਼ਿੰਦਗੀ ਦਿੰਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਸੰਵਿਧਾਨ ਹੈ ਇਹ ਸਰਵਸ਼੍ਰੇਸ਼ਟ ਹੈ। ਸਭ ਕਾਨੂੰਨ ਇਸ ਦੇ ਅਨੁਸਾਰ ਹੀ ਬਣਾਏ ਜਾ ਸਕਦੇ ਹਨ। ਦੇਸ਼ ਦਾ ਪੱਤਾ ਪੱਤਾ ਸੰਵਿਧਾਨ ਦੇ ਅਨੁਸਾਰ ਹੀ ਹਿੱਲ ਰਿਹਾ ਹੈ। ਸਾਨੂੰ ਪਤਾ ਹੈ ਕਿ ਜਦੋਂ ਦੇਸ਼ ਦਾ ਸ਼ਾਸਨ ਚਲਾਇਆ ਜਾਂਦਾ ਹੈ
तो वो कानून के अनुसार ही चलाया जाता है। सो बच्चों, देश की जिहड़ी सरकार है ना, वो कभी भी अपनी जिहड़ी मन मर्जी है नहीं वो कर सकती। वो किसी कानून दे विच रह के ही शासन नूं चला सकती है। सो ये संविधान ही एक इदां दी चीज़ है जिहड़ी सरकार नूं ये दसदी है कि तुसी देश नूं किस तरह चलाना है। ये संविधान ही है जो इस शक्ति की दुरवरतों ते रोक लगाउंदा है कि ये नहीं सरकार दे मन विच जो आया सरकार कर दे। संविधान सरकार नूं इस तरह करन दी इजाजत नहीं दिंदी। सो जिथे संविधान सरकार दे अंगां दे आपसी अते नागरिकां नाल संबंधां नूं निर्धारित करदा है, उत्थे ही ये सरकार दीयां शक्तियां दी जिहड़ी दुरवरतों आ उन्हां ते भी रोक लगाउंदा है। सो प्यारे विद्यार्थियों, तुसी अपनियां कापियां ते एक चीज़ नोट करनी है कि संविधान जिहड़ा है वो कानूनां दा संग्रह हुंदा है जिस अनुसार देश का शासन प्रबंध चलाया जाता है। हुण असीं संविधान की बनतर की गल करांगे। बच्चों, जदों दूसरा विश्व युद्ध खत्म हो गया तो जिहड़ी ब्रिटेन सी जिन्हां दा साडे ते राज सी, उन्हां ने भारत नूं आज़ाद करन बारे सोचना शुरू कर दिता, क्योंकि आपां नूं पता है कि भारत विच अंग्रेजी सरकार की बहुत सारी मुखालफत हो रही सी। भारत विच बहुत सारे विरोध हो रहे सन। सो अंग्रेज़ां ने भारत तो जाण विच ही अपनी भलाई समझी। सो उन्होंने 1945 ईस्वी विच भारत संबंधी अपनी एक नवी नीति घोषित की अते भारत की संविधान सभा के निर्माण लई एक मिशन भी भारत भेजा, जिस विच 3 मंत्री सन। बच्चों, भारत का संविधान बनाउण लई कुल 11 मीटिंग्स होईयां, कुल 11 मीटिंगां होईयां। इस तो बाद असीं की देखते हाँ कि संविधान बनाउण की जिहड़ी है पहली मीटिंग है वो दसंबर 1946 ईस्वी विच हुंदी है। संविधान बनाउण लई एक संविधानिक कमेटी बनाई जाती है। इस कमेटी दे 399 मैंबर्स सन, 389 मैंबर्स सन। इसके इन्हां विचों 292 मैंबर्स 292 मैंबर जिहड़े हन वो वख-वख राज्यां दे प्रतिनिध सन। 93 मैंबर्स 93 मैंबर जिहड़े सन वो रियासतां दे नुमाइंदे सन। जिवें मैं तुहाडे नाल पहला ही गल कीती कि उस समय भारत विच 562 रियासतां सी, उन्हां विचों जिहड़े 93 मैंबर आ वो रियासतां दे नुमाइंदे सन अते 4 मैंबर राज्यां दे मुख कमिश्नर सन। 3 जून 1947 ਨੂੰ ਮਾਊਂਟਬੈਟਨ ਪਲਾਨ ਅਧੀਨ ਭਾਰਤ ਪਾਕਿਸਤਾਨ ਦੇ ਵੱਖ ਹੋਣ ਦੀ ਗੱਲ ਤੋਂ ਸੰਵਿਧਾਨ ਦੇ ਮੈਂਬਰਾਂ ਦੀ ਜਿਹੜੀ ਗਿਣਤੀ ਹੈ ਉਹ 299 ਰਹਿ ਜਾਂਦੀ ਹੈ। ਠੀਕ ਹੈ ਜੀ। ਇਸ ਦਾ ਅਰਥ ਇਹ ਹੁੰਦਾ ਹੈ ਕਿ ਜਦੋਂ ਇਹ ਖਬਰ ਆਉਂਦੀ ਹੈ ਕਿ ਹੁਣ ਪਾਕਿਸਤਾਨ ਜਿਹੜਾ ਇੱਕ ਨਵਾਂ ਦੇਸ਼ ਬਣੇਗਾ, ਉਸ ਖਬਰ ਦੇ ਨਾਲ ਜਿਹੜੇ ਮੈਂਬਰ ਆ ਉਹਨਾਂ ਦੀ ਗਿਣਤੀ 299 ਰਹਿ ਜਾਂਦੀ ਹੈ। 11 ਦਸੰਬਰ 1946 ਨੂੰ ਡਾਕਟਰ ਰਜਿੰਦਰ ਪ੍ਰਸਾਦ ਜੀ ਜਿਹੜੇ ਬਾਅਦ ਵਿੱਚ ਜਾ ਕੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਵੀ ਬਣਦੇ ਹਨ, ਉਹਨਾਂ ਨੂੰ ਇਸ ਸੰਵਿਧਾਨਕ ਕਮੇਟੀ ਦਾ ਪ੍ਰਧਾਨ ਬਣਾਇਆ ਜਾਂਦਾ ਹੈ। ਇਸ ਤੋਂ ਅੱਗੇ ਦੇਖਦੇ ਹਾਂ ਤਾਂ ਕੀ ਦੇਖਦੇ ਹਾਂ ਕਿ ਸੰਵਿਧਾਨ ਲਿਖਣ ਲਈ ਇੱਕ ਖਰੜਾ ਕਮੇਟੀ ਬਣਾਈ ਜਾਂਦੀ ਹੈ और इस कमेटी के 7 मैंबर सन। 29 अगस्त 1947 ਨੂੰ डॉक्टर भीम राव अंबेडकर जी ਨੂੰ इस खरड़ा कमेटी का प्रधान बनाया जाता है। 29 अगस्त 1947 ईस्वी ਨੂੰ ਜਦੋਂ ਸਾਡਾ देश आज़ाद हो गया सी, 14 दिन हो गए सी सानू आज़ाद होया ਨੂੰ। उस समय डॉक्टर भीम राव अंबेडकर जी ਜਿਹੜੇ कि बहुत ज़्यादा पढ़े लिखे इंसान सन, उन्होंने
इस खरड़ा कमेटी का प्रधान बनाया गया। और इस कमेटी ने की कीता, इस कमेटी ने ਵੱਖ-ਵੱਖ देशों के संविधानों का अध्ययन किया। इंग्लैंड के संविधान नूं पढ़िया गया, अमरीका के संविधान नूं पढ़िया गया, ਵੱਖ-ਵੱਖ ਜਿਹੜੇ देश सी उन्हां दा संविधानां दा इस कमेटी ने, इस खरड़ा कमेटी ने अध्ययन किया ਅਤੇ साडा जिहड़ा संविधान सी ओह 26 नवंबर 1949 ईस्वी नूं जिहड़ा सी ओह संविधान सभा ने इस नूं पास कर दिता। कुछ समा लगा और वो समा कितना सी? वो समा सी 2 साल 11 महीने ਅਤੇ 18 दिन। सो 2 साल 11 महीने ਅਤੇ 18 दिनों की मेहनत तो बाद जिहड़ा है वो साडा संविधान बन के हुण तैयार हो गया सी। तुसीं देख रहे होंगे डॉक्टर भीमराव अंबेडकर जी की ये तस्वीर, इन्हां दा उस संविधान विच सब तो वध योगदान सी। सो 26 नवंबर 1949 नूं इस संविधान नूं पास कर दिता गया। सो जिहड़ी ये 2 साल 11 महीने ਅਤੇ 18 दिन की मेहनत सी उस नूं 26 नवंबर 1949 नूं संविधान सभा ने पास कर दिता। ते इत्थे एक होर नोट करने वाली गल है कि संविधान भावें 1949 नूं संविधान सभा ने पास कर दिता सी, पर 26 जनवरी 1950 ईस्वी नूं ये जिहड़ा संविधान सी इस नूं सारे देश विच, सारे भारत विच लागू कर दिता गया। 15 अगस्त 1947 नूं भारत आज़ाद हुंदा है ਅਤੇ इस दा संविधान 26 जनवरी 1950 नूं लागू कर दिता जाता है। तो मैं एक बारी फिर कहांगा कि संविधान है वो कानूनी दस्तावेज है जिहड़ा कि सानू भारत नूं, भारत दीयां सरकारां नूं, भारत दे नागरिकां नूं स्वैमान दे नाल, आत्म सम्मान दे नाल ते सरकारां नूं किवें शासन चलाउणा है इस संबंधी एक कानूनी दस्तावेज है जो जानकारी दिंदा है। इस तो अगे हुण आपां गल करदे हां। लो जी बच्चों, इस टेबल वाल ध्यान नाल देखो। इस टेबल दे विच असीं देखदे हां ये है मूल संविधान, ये है वर्तमान, ये है साडा अज ਅਤੇ ਇਹ है ਜਦੋਂ ਆਪਾਂ ਗੱਲ ਕਰਦੇ ਹਾਂ 26 जनवरी 1950 ਦੀ। ਜਦੋਂ संविधान 26 जनवरी 1950 ਨੂੰ ਬਣਾਇਆ ਗਿਆ ਤਾਂ ਉਸ ਸਮੇਂ ਇਸ ਵਿੱਚ 395 ਅਨੁਛੇਦ ਸਨ, ਆਰਟੀਕਲ ਸਨ। ਇਸ ਵਿੱਚ 22 ਭਾਗ ਸਨ। ਸੰਵਿਧਾਨ ਦੇ ਵਿੱਚ ਉਸ ਸਮੇਂ 22 ਭਾਗ ਸਨ ਅਤੇ 8 ਅਨੁਸੂਚੀਆਂ ਸਨ ਤੇ ਅੱਜ 365 ਅਨੁਛੇਦ 465 ਅਨੁਛੇਦ ਬਣ ਗਏ ਤੇ ਅੱਜ 395 ਅਨੁਛੇਦ जो आर्टिकल सन वो हुण 465 बन गए। 70 अनुच्छेद ਜਾਂ 70 आर्टिकल ਇਹਦੇ ਵਿੱਚ ਹੁਣ ਐਡ ਹੋ ਗਏ। ਇਸ ਤੋਂ ਬਾਅਦ ਆਪਾਂ ਕੀ ਦੇਖਦੇ ਹਾਂ ਕਿ ਜੋ ਮੂਲ ਸੰਵਿਧਾਨ ਜਿਹੜਾ ਸੀ 22 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ ਉਹ ਹੁਣ 25 ਭਾਗਾਂ ਵਾਲਾ ਹੋ ਗਿਆ। ਹੁਣ ਅੱਜ ਦੇ ਵਰਤਮਾਨ ਸੰਵਿਧਾਨ ਦੇ 25 ਭਾਗ ਹਨ। ਇਸ ਵਿੱਚ 3 ਭਾਗ ਜਿਹੜੇ ਹਨ ਉਹ ਵੱਧ ਗਏ ਅਤੇ ਜਦੋਂ ਅਸੀਂ ਅਨੁਸੂਚੀਆਂ ਦੀ ਗੱਲ ਕਰਦੇ ਹਾਂ ਤਾਂ ਕੁੱਲ 8 ਅਨੁਸੂਚੀਆਂ ਸੀ ਉਹ ਵੱਧ ਕੇ 12 ਅਨੁਸੂਚੀਆਂ ਹੋ ਗਈਆਂ। ਸੋ ਬੱਚਿਓ ਇੱਥੇ ਮੈਂ ਤੁਹਾਨੂੰ ਜਲਦੀ ਇਹ ਦੱਸਣਾ ਚਾਹੁੰਦਾ ਹਾਂ ਕਿ ਅਸਲ ਦੇ ਵਿੱਚ ਸੰਵਿਧਾਨ ਆਪਾਂ ਪੜ੍ਹਿਆ ਹੈ ਕਿ 1950 ਦੇ ਵਿੱਚ ਲਾਗੂ ਕੀਤਾ ਗਿਆ। ਸੋ 1950 ਤੋਂ ਲੈ ਕੇ 2020 ਤੱਕ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ
70 ਸਾਲਾਂ ਦੇ ਵਿੱਚ ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ, ਜਿਨ੍ਹਾਂ ਤਬਦੀਲੀਆਂ ਦੇ ਕਰਕੇ ਸਮੇਂ-ਸਮੇਂ ਸੰਵਿਧਾਨ ਦੇ ਵਿੱਚ ਕੁਝ ਚੇਂਜਸ ਜਾਂ ਕੁਝ ਤਬਦੀਲੀਆਂ ਕਰਨੀਆਂ ਪਈਆਂ। ਸੋ ਸਮੇਂ ਦੇ ਅਨੁਸਾਰ ਬਦਲਣਾ ਹੀ ਕਿਹਾ ਜਾਂਦਾ ਹੈ ਕਿ ਇੰਟੈਲੀਜੈਂਸੀ ਹੁੰਦੀ ਹੈ, ਸਮਝਦਾਰੀ ਹੁੰਦੀ ਹੈ। ਸੋ ਸਾਡੇ ਦੇਸ਼ ਵਿੱਚ ਸਾਡੀਆਂ ਸਰਕਾਰਾਂ ਨੇ, ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਨੇ ਸਮੇਂ ਦੇ ਅਨੁਸਾਰ ਇਸ ਵਿੱਚ ਕੁਝ ਤਬਦੀਲੀਆਂ ਕੀਤੀਆਂ, ਕੁਝ ਅਮੈਂਡਮੈਂਟਸ ਕੀਤੀਆਂ। ਇਸ ਤੋਂ ਬਾਅਦ ਮੈਂ ਤੁਹਾਨੂੰ ਬੱਚਿਓ ਇੱਕ ਬਹੁਤ ਸੋਹਣੀ ਚੀਜ਼ ਜਿਹੜੀ ਹੈ ਉਹ ਦਿਖਾਉਣ ਜਾ ਰਿਹਾ ਹਾਂ। ਇਸ ਨੂੰ ਧਿਆਨ ਨਾਲ ਲਿਖਣਾ ਹੈ। ਇਹ ਹੈ ਭਾਰਤ ਦਾ ਸੁਨਹਿਰਾ ਇਤਿਹਾਸ। ਇਹ ਜਿਹੜੀ ਫੋਟੋ ਹੈ, ਇਸ ਵਿੱਚ ਤੁਸੀਂ ਦੋ ਮਹਾਂਪੁਰਖਾਂ ਨੂੰ ਜੋ ਦੇਖ ਰਹੇ ਹੋ, ਮਹਾਨ ਹਸਤੀਆਂ ਨੂੰ ਦੇਖ ਰਹੇ ਹੋ। ਉਹਨਾਂ ਦੇ ਵਿੱਚੋਂ ਇਹ ਜਿਹੜੀ ਮਹਾਨ ਹਸਤੀ ਹੈ, ਇਹ ਹੈ ਡਾਕਟਰ ਭੀਮ ਰਾਓ ਅੰਬੇਦਕਰ ਜੀ। ਇਹ ਹੈ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਜੀ। ਸੋ ਇਸ ਫੋਟੋ ਦੇ ਵਿੱਚ ਜਾਂ ਇਸ ਪਲਾਂ ਦੇ ਵਿੱਚ ਇਹ ਉਹ ਪਲ ਹਨ ਜਦੋਂ 26 ਨਵੰਬਰ 1949 ਨੂੰ ਡਾਕਟਰ ਭੀਮ ਰਾਓ ਅੰਬੇਦਕਰ ਜੀ ਉਹਨਾਂ ਨੂੰ ਸੰਵਿਧਾਨ ਜਿਹੜਾ ਉਹ ਭੇਂਟ ਕਰਦੇ ਹੋਏ, ਆਹ ਜਿਹੜੀ ਥੱਲੇ ਕਿਤਾਬ ਪਈ ਹੈ ਇਹ ਸੰਵਿਧਾਨ ਹੈ, ਔਰ ਇਹ ਦੋਨੋਂ ਮੁਸਕਰਾ ਰਹੇ ਹਨ, ਇੱਕ ਦੂਸਰੇ ਦੇ ਨਾਲ ਹੱਥ ਮਿਲਾ ਰਹੇ ਹਨ। ਸੋਚੋ ਇਹ ਦ੍ਰਿਸ਼ ਕਿੰਨਾ ਇਤਿਹਾਸਕ ਹੋਵੇਗਾ ਕਿ ਜਦੋਂ ਭਾਰਤ ਦਾ ਸੰਵਿਧਾਨ ਤਿਆਰ ਕੀਤਾ ਗਿਆ ਹੋਵੇਗਾ। ਇਸ ਤੋਂ ਅੱਗੇ ਇੱਕ ਹੋਰ ਫੋਟੋ ਹੈ ਜੋ ਮੈਂ ਇਤਿਹਾਸ ਵਿੱਚੋਂ ਕੱਢ ਕੇ ਲੈ ਕੇ ਆਇਆ ਹਾਂ ਤੁਹਾਡੇ ਲਈ। ਇਸ ਨੂੰ ਵੀ ਦੇਖਣਾ ਹੈ। ਇਹ ਵੀ ਉਸ ਦਿਨ ਦੀ ਹੈ ਜਦੋਂ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਜੀ ਇਸ ਸੰਵਿਧਾਨ ਦੇ ਉੱਪਰ ਹਸਤਾਖਰ ਕਰ ਰਹੇ ਹਨ। ਤੁਸੀਂ ਇਸ ਫੋਟੋ ਦੇ ਵਿੱਚ ਦੇਖ ਸਕਦੇ ਹਾਂ ਕਿ ਸਾਡੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ, ਇਹ ਸੰਵਿਧਾਨ ਹੈ, ਇਹ ਐਡੀ ਵੱਡੀ ਬੁੱਕ ਹੈ, ਐਡੀ ਵੱਡੀ ਕਿਤਾਬ ਹੈ, ਤੁਸੀਂ ਦੇਖ ਰਹੇ ਹੋ, ਇਸ ਉੱਪਰ ਹਸਤਾਖਰ ਕਰ ਰਹੇ ਹਨ। ਸੋ ਇਹ ਇਤਿਹਾਸ ਦੀਆਂ ਕੁਝ ਮਹੱਤਵਪੂਰਨ ਜਾਣਕਾਰੀਆਂ ਹਨ ਜੋ ਮੈਂ ਕੋਸ਼ਿਸ਼ ਕੀਤੀ ਹੈ ਤੁਹਾਡੇ ਲਈ ਲੱਭ ਕੇ ਲੈ ਕੇ ਆਉਣ ਦੀ। ਹੁਣ ਅਸੀਂ ਗੱਲ ਕਰਦੇ ਹਾਂ ਸੰਵਿਧਾਨ ਦੀ ਪ੍ਰਸਤਾਵਨਾ। ਸੋ ਪਿਆਰੇ ਬੱਚਿਓ, ਸੰਵਿਧਾਨ ਦੀ ਪ੍ਰਸਤਾਵਨਾ ਨੂੰ ਸਾਡੇ ਸੰਵਿਧਾਨ ਦੀ ਆਤਮਾ ਹੈ। ਜਿਹੜਾ ਭਾਰਤੀ ਸੰਵਿਧਾਨ ਹੈ, ਇਸ ਦਾ ਆਰੰਭ ਇਸ ਦੀ ਪ੍ਰਸਤਾਵਨਾ ਤੋਂ ਹੁੰਦਾ ਹੈ। ਠੀਕ ਹੈ ਬੱਚਿਓ, ਜਿਵੇਂ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਦਸੰਬਰ 1946 ਦੇ ਵਿੱਚ ਬਣਨਾ ਸ਼ੁਰੂ ਹੋਇਆ ਸੀ ਤੇ 26 ਨਵੰਬਰ 1949 ਨੂੰ ਜਿਹੜਾ ਹੈ ਇਹ ਬਣ ਵੀ ਗਿਆ ਸੀ। ਇਹਨੂੰ ਅੰਤਮ ਰੂਪ ਵਿੱਚ ਪਾਸ ਕਰ ਦਿੱਤਾ ਗਿਆ ਸੀ ਅਤੇ 26 ਜਨਵਰੀ ਨੂੰ ਇਹਨੂੰ ਸਾਰੇ ਦੇਸ਼ ਵਿੱਚ ਜਿਹੜਾ ਉਹ ਲਾਗੂ ਵੀ ਕਰ ਦਿੱਤਾ ਗਿਆ ਸੀ। ਸੋ ਬੱਚਿਓ, ਇਸ ਸੰਵਿਧਾਨ ਦੇ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸੰਵਿਧਾਨ ਜਦੋਂ ਸ਼ੁਰੂ ਹੁੰਦਾ ਹੈ ਤਾਂ ਉਹ ਇਸ ਪ੍ਰਸਤਾਵਨਾ ਦੇ ਨਾਲ ਹੁੰਦਾ ਹੈ। ਭਾਰਤੀ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਹੈ, ਇਸ ਵਿੱਚ ਭਾਰਤੀ ਸ਼ਾਸਨ ਪ੍ਰਣਾਲੀ ਦੇ ਮੂਲ ਸਿਧਾਂਤਾਂ ਅਤੇ ਉਸ ਦੇ ਨਿਯਮਾਂ ਦਾ ਵਰਣਨ ਕੀਤਾ ਗਿਆ ਹੈ। ਪ੍ਰਸਤਾਵਨਾ ਸੰਵਿਧਾਨ ਦੇ ਸ਼ੁਰੂ ਵਿੱਚ ਹੋ ਕੇ ਵੀ ਇਸ ਦਾ ਹਿੱਸਾ ਨਹੀਂ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਭਾਵੇਂ ਇਹ ਜਿਹੜੀ ਪ੍ਰਸਤਾਵਨਾ ਹੈ, ਜਿਸ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ, ਮੈਂ ਵਿਸਥਾਰ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗਾ, ਉਹ ਪ੍ਰਸਤਾਵਨਾ ਜਿਹੜੀ ਹੈ ਉਹ ਸੰਵਿਧਾਨ ਦੇ ਸ਼ੁਰੂ ਵਿੱਚ ਤਾਂ ਹੈ। ਸੰਵਿਧਾਨ ਦੀ ਸ਼ੁਰੂਆਤ ਇਸੇ ਪ੍ਰਸਤਾਵਨਾ ਤੋਂ ਹੁੰਦੀ ਹੈ, ਪਰ ਫਿਰ ਵੀ ਇਹ ਸੰਵਿਧਾਨ ਦਾ ਹਿੱਸਾ ਨਹੀਂ ਹੈ। ਇਸ ਬਾਰੇ ਵੀ ਮੈਂ ਤੁਹਾਨੂੰ ਪ੍ਰਸਤਾਵਨਾ ਦੀਆਂ ਜਿਹੜੀਆਂ ਮਹੱਤਵਪੂਰਨ ਚੀਜ਼ਾਂ ਹਨ, ਜਦੋਂ ਉਹਨਾਂ ਦਾ ਵਿਸਥਾਰ ਕਰਾਂਗਾ ਤਾਂ ਮੈਂ ਤੁਹਾਡੇ ਨਾਲ ਦੱਸਾਂਗਾ ਕਿਉਂ ਨਹੀਂ ਹੈ। ਸੋ ਆਪਾਂ ਸ਼ੁਰੂ ਕਰਦੇ ਹਾਂ। ਕੀ ਹੈ ਪ੍ਰਸਤਾਵਨਾ? ਸੋ ਬੱਚਿਓ, ਹੁਣ ਮੈਨੂੰ ਧਿਆਨ ਨਾਲ ਸੁਣਨਾ ਹੈ। ਜਿਹੜੀ ਪ੍ਰਸਤਾਵਨਾ ਹੈ, ਅਸਲ ਵਿੱਚ ਇਹ ਪ੍ਰਸਤਾਵਨਾ ਹੀ ਭਾਰਤ ਦਾ ਕੇਂਦਰੀ ਭਾਵ ਹੈ, ਭਾਰਤ ਦੀ ਆਤਮਾ ਹੈ। ਠੀਕ ਹੈ ਜੀ। ਸੋ ਇਹ ਕੀ ਕਹਿੰਦੀ ਹੈ? ਇਹ ਕਹਿੰਦੀ ਹੈ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਸੰਪੂਰਨ
ਪ੍ਰਭੂਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਅਤੇ ਲੋਕਤੰਤਰੀ ਗਣਰਾਜ ਦੀ ਸਥਾਪਨਾ ਕਰਨ, ਉਸ ਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਦੇਣ, ਚਿੰਤਨ ਤੇ ਵਿਚਾਰ ਪ੍ਰਗਟ ਕਰਨ, ਵਿਸ਼ਵਾਸ, ਧਰਮ ਅਤੇ ਉਪਾਸਨਾ ਦੀ ਸੁਤੰਤਰਤਾ ਦੇਣ, ਅਵਸਰ ਅਤੇ ਰੁਤਬੇ ਦੀ ਸਮਾਨਤਾ ਪ੍ਰਾਪਤ ਕਰਨ ਤੇ ਉਹਨਾਂ ਸਭਨਾਂ ਵਿੱਚ ਵਿਅਕਤੀ ਦੀ ਗੌਰਵਤਾ ਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਸੁਰੱਖਿਅਤ ਕਰਨ ਵਾਲੀ ਭਰਾਤਰੀ ਭਾਵ ਵਧਾਉਣ ਲਈ ਦ੍ਰਿੜ ਸੰਕਲਪ ਹੋ ਕੇ ਆਪਣੀ ਇਸ ਸੰਵਿਧਾਨ ਸਭਾ ਵਿੱਚ 26 ਨਵੰਬਰ 1949 ਈਸਵੀ ਦੇ ਦਿਨ ਇਸ ਸੰਵਿਧਾਨ ਨੂੰ ਅੰਗੀਕਾਰ, ਅਨਿਯਮਤ ਅਤੇ ਆਤਮ ਸਮਰਪਣ ਕਰਦੇ ਹਾਂ। ਸੋ ਪ੍ਰਸਤਾਵਨਾ ਕੀ ਕਹਿੰਦੀ ਹੈ? ਪ੍ਰਸਤਾਵਨਾ ਇਹ ਕਹਿੰਦੀ ਹੈ ਕਿ ਅਸੀਂ ਭਾਰਤ ਦੇ ਸਾਰੇ ਲੋਕ ਮਿਲ ਕੇ ਇਸ ਨੂੰ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਗਣਰਾਜ ਦੀ ਸਥਾਪਨਾ ਕਰਨ। ਮੈਂ ਬੱਚਿਓ ਇਹਨਾਂ ਸਾਰੀਆਂ ਗੱਲਾਂ ਨੂੰ ਤੁਹਾਡੇ ਨਾਲ ਇੱਕ ਇੱਕ ਕਰਕੇ ਇਹ ਜਿਹੜੀਆਂ ਗੱਲਾਂ ਹਨ, ਇਹ ਜਿਹੜੇ ਪੁਆਇੰਟ ਹਨ, ਇਹਨਾਂ ਨੂੰ ਐਕਸਪਲੇਨ ਕਰਨ ਦੀ, ਇਹਨਾਂ ਨੂੰ ਵਿਸਥਾਰਪੂਰਵਕ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗਾ। ਤੇ ਮੈਂ ਇੱਕ ਵਾਰੀ ਫਿਰ ਕਹਾਂਗਾ ਕਿ ਇਹ ਜਿਹੜੀ ਪ੍ਰਸਤਾਵਨਾ ਹੈ ਇਹ ਭਾਰਤ ਦੀ ਰੀੜ੍ਹ ਦੀ ਹੱਡੀ ਹੈ। ਠੀਕ ਹੈ ਬੱਚਿਓ, ਮੈਂ ਪਹਿਲਾਂ ਵੀ ਕਿਹਾ ਹੈ ਕਿ 562 ਰਿਆਸਤਾਂ ਨੂੰ ਇਕੱਠੀਆਂ ਕਰਨਾ ਤੇ ਵੱਖ-ਵੱਖ ਜਾਤੀਆਂ, ਵੱਖ-ਵੱਖ ਧਰਮਾਂ, ਵੱਖ-ਵੱਖ ਬੋਲੀਆਂ ਦੇ ਲੋਕਾਂ ਨੂੰ ਇਕੱਠਾ ਕਰਨਾ, ਇਹ ਸੰਵਿਧਾਨ ਹੀ ਹੈ ਜਿਸ ਨੇ ਸਾਰੇ ਭਾਰਤ ਨੂੰ ਇਕੱਠਾ ਕਰ ਦਿੱਤਾ ਸੀ। ਹੁਣ ਮੈਂ ਇਹ ਜਿਹੜੀ ਪ੍ਰਸਤਾਵਨਾ ਹੈ, ਪ੍ਰਸਤਾਵਨਾ ਦੇ ਵਿੱਚ ਭਾਰਤ ਨੂੰ ਪ੍ਰਭੂਤਾਸ਼ਾਲੀ, ਸਮਾਜਵਾਦੀ, ਧਰਮ ਨਿਰਪੱਖ ਅਤੇ ਲੋਕਤੰਤਰੀ ਜਿਹੜਾ ਗਣਰਾਜ ਹੈ ਉਹ ਐਲਾਨਿਆ ਗਿਆ ਹੈ। ਸੋ ਮੈਂ ਇਸ ਸਾਰੀ ਪ੍ਰਸਤਾਵਨਾ ਦਾ ਜਿਹੜਾ ਹੈ ਉਹ ਉਸ ਦੀ ਵਿਆਖਿਆ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਇਸ ਪਾਠ ਵਿੱਚ, ਇਸ ਲੈਸਨ ਵਿੱਚ ਕਰਕੇ ਸਮਝਾਂ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪ੍ਰਭੂਸੱਤਾ ਸੰਪੰਨ ਰਾਜ ਦੀ। ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਹੈ ਉਸ ਅਨੁਸਾਰ ਜਿਹੜਾ ਭਾਰਤ ਹੈ ਉਹ ਪ੍ਰਭੂਸੱਤਾਧਾਰੀ ਰਾਜ ਹੈ। ਇਸ ਦਾ ਅਰਥ ਇਹ ਹੈ ਕਿ ਭਾਰਤ ਇੱਕ ਸੰਪੂਰਨ ਸੁਤੰਤਰ ਦੇਸ਼ ਹੈ। ਭਾਰਤ ਇੱਕ ਸੰਪੂਰਨ ਸੁਤੰਤਰ ਦੇਸ਼ ਹੈ। ਭਾਰਤ ਆਪਣੇ ਅੰਦਰੂਨੀ ਮਾਮਲਿਆਂ ਵਿੱਚ ਸਰਵਸ਼੍ਰੇਸ਼ਠ ਹੈ ਅਤੇ ਵਿਦੇਸ਼ੀ ਸਬੰਧਾਂ ਲਈ ਦੂਸਰੇ ਦੇਸ਼ਾਂ ਦੇ, ਦੂਸਰੇ ਰਾਜਾਂ ਦੇ ਨਿਯੰਤਰਣ ਤੋਂ ਵੀ ਸੁਤੰਤਰ ਹੈ। ਠੀਕ ਹੈ ਜੀ। ਦੇਸ਼ ਅਤੇ ਵਿਦੇਸ਼ੀ ਨੀਤੀ ਨਿਰਮਾਣ ਵਿੱਚ ਭਾਰਤ ਆਜ਼ਾਦ ਅਤੇ ਸਰਬ ਸਮਰੱਥ ਹੈ। ਇਸ ਦਾ ਅਰਥ ਬੱਚਿਓ ਇਹ ਹੈ ਕਿ ਭਾਰਤ ਆਪਣੇ ਆਪ ਵਿੱਚ ਇੱਕ ਆਜ਼ਾਦ ਦੇਸ਼ ਹੈ। ਠੀਕ ਹੈ ਜੀ। ਕੋਈ ਵੀ ਹੋਰ ਬਾਹਰਲਾ ਮੁਲਕ ਜਿਵੇਂ ਪਾਕਿਸਤਾਨ, ਚੀਨ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਕੈਨੇਡਾ, ਕੋਈ ਵੀ ਦੇਸ਼ ਜਿਹੜਾ ਹੈ ਭਾਰਤ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਨਹੀਂ ਦੇ ਸਕਦਾ। ਨਾ ਅਸੀਂ ਕਿਸੇ ਦੇਸ਼ ਦੇ ਮਾਮਲਿਆਂ ਵਿੱਚ ਦਖਲ ਦਿੰਦੇ ਹਾਂ ਤੇ ਨਾ ਕੋਈ ਬਾਹਰਲਾ ਦੇਸ਼, ਕੋਈ ਹੋਰ ਦੇਸ਼ ਸਾਡੇ ਮਾਮਲਿਆਂ ਵਿੱਚ ਦਖਲ ਦੇ ਸਕਦਾ ਹੈ। ਸੋ ਅਸੀਂ ਆਪਣੀ ਵਿਦੇਸ਼ ਜਿਹੜੀ ਨੀਤੀ ਹੈ, ਅਸੀਂ ਆਪਣੇ ਦੂਸਰੇ ਦੇਸ਼ਾਂ ਦੇ ਨਾਲ ਕਿਸ ਤਰ੍ਹਾਂ ਦੇ ਜਿਹੜੇ ਸਬੰਧ ਰੱਖਣੇ ਹਨ ਉਹ ਸਾਡੀ ਮਰਜ਼ੀ ਦੇ ਹੋਣਗੇ, ਉਹ ਸਾਡੀ ਨੀਤੀ ਦੇ ਅਨੁਸਾਰ ਹੋਣਗੇ। ਸੋ ਕੋਈ ਵੀ ਦੇਸ਼ ਭਾਰਤ ਨੂੰ ਆਦੇਸ਼ ਨਹੀਂ ਦੇ ਸਕਦਾ ਕਿ ਉਹ ਆਪਣੇ ਅੰਦਰੂਨੀ ਮਾਮਲਿਆਂ ਨੂੰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰੇ। ਇਹ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਹੈ ਉਹ ਭਾਰਤ ਨੂੰ ਇਹ ਇੱਕ ਅਧਿਕਾਰ ਦਿੰਦੀ ਹੈ ਕਿ ਜਿਹੜਾ ਭਾਰਤ ਹੈ, ਭਾਰਤ ਦਾ ਸੰਵਿਧਾਨ ਕਹਿੰਦਾ ਹੈ ਕਿ ਜਿਹੜਾ ਭਾਰਤ ਹੈ ਉਹ ਆਪਣੇ ਆਪ ਵਿੱਚ ਇੱਕ ਆਜ਼ਾਦ ਦੇਸ਼ ਹੈ, ਪ੍ਰਭੂਸੱਤਾਧਾਰੀ ਦੇਸ਼ ਹੈ, ਜਿਸ ਦੇ ਅੰਦਰੂਨੀ ਮਾਮਲੇ ਵਿੱਚ ਕੋਈ ਵੀ ਦੂਸਰਾ ਦੇਸ਼ ਦਖਲ ਨਹੀਂ ਦੇ ਸਕਦਾ। ਇਸ ਤੋਂ ਬਾਅਦ ਹੈ ਸਮਾਜਵਾਦੀ ਰਾਜ। ਸਮਾਜਵਾਦੀ ਰਾਜ ਤੋਂ ਭਾਵ ਹੈ
ਕਿ ਭਾਰਤ ਦੇ ਹਰੇਕ ਨਾਗਰਿਕ ਨੂੰ ਵਿਕਾਸ ਕਰਨ ਦੇ ਲਈ ਬਰਾਬਰ ਦੇ ਮੌਕੇ ਮਿਲਣਗੇ। ਕਿਸੇ ਵੀ ਵਿਅਕਤੀ ਦੇ ਨਾਲ ਧਰਮ, ਰੰਗ, ਨਸਲ, ਬੋਲੀ ਆਦਿ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾਏਗਾ ਤੇ ਕਿਸੇ ਦਾ ਸ਼ੋਸ਼ਣ ਨਹੀਂ ਕੀਤਾ ਜਾਏਗਾ। ਸਾਰੇ ਵਸਨੀਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਮਿਲੇਗਾ। ਸਮਾਜਵਾਦੀ ਦਾ ਅਰਥ ਤੁਸੀਂ ਪੜ੍ਹ ਲਿਆ ਹੈ। ਤੇ ਦੂਸਰੇ ਪਾਸੇ ਇਸ ਦਾ ਸ਼ਬਦ ਹੁੰਦਾ ਹੈ ਪੂੰਜੀਵਾਦੀ, ਜਿਸ ਵਿੱਚ ਸਾਰੇ ਕੰਮ ਜਿਹੜੇ ਹੁੰਦੇ ਹਨ ਉਹ ਪੈਸੇ ਲਈ ਕੀਤੇ ਜਾਂਦੇ ਹਨ। ਪਰ ਭਾਰਤ ਦਾ ਸੰਵਿਧਾਨ ਕਹਿੰਦਾ ਹੈ ਕਿ ਭਾਰਤ ਇੱਕ ਸਮਾਜਵਾਦੀ ਦੇਸ਼ ਹੈ। ਇਸ ਵਿੱਚ ਕਿਸੇ ਵੀ ਧਰਮ ਦਾ ਕੋਈ ਵਿਅਕਤੀ ਹੋਵੇ, ਚਾਹੇ ਹਿੰਦੂ ਹੋਵੇ, ਚਾਹੇ ਮੁਸਲਿਮ ਹੋਵੇ, ਚਾਹੇ ਸਿੱਖ ਹੋਵੇ, ਚਾਹੇ ਈਸਾਈ ਹੋਵੇ, ਚਾਹੇ ਬੋਧੀ ਹੋਵੇ, ਉਹਨੂੰ ਪੂਰੀ ਆਜ਼ਾਦੀ ਹੈ ਆਪਣੇ ਧਰਮ ਨੂੰ ਮੰਨਣ ਦੀ। ਉਹ ਕਿਸੇ ਵੀ ਆਪਣੇ ਧਰਮ ਨੂੰ ਮੰਨ ਸਕਦਾ ਹੈ, ਉਸ ਨੂੰ ਪੂਰੀ ਆਜ਼ਾਦੀ ਹੈ। ਉਸ ਨੂੰ ਸਾਰੇ ਮੌਕੇ, ਚਾਹੇ ਨੌਕਰੀ ਦੇ ਮੌਕੇ ਹੋਣ, ਚਾਹੇ ਜ਼ਿੰਦਗੀ ਜੀਣ ਦੇ ਮੌਕੇ ਹੋਣ, ਚਾਹੇ ਪੜ੍ਹਨ ਦੇ ਮੌਕੇ ਹੋਣ, ਕੋਈ ਵੀ ਮੌਕਾ ਉਸ ਨੂੰ ਸਾਰੇ ਮੌਕੇ ਸੰਵਿਧਾਨ ਦੇ ਬਰਾਬਰ, ਸੰਵਿਧਾਨ ਦੇ ਅਨੁਸਾਰ ਮਿਲਦੇ ਹਨ। ਉਸ ਦੇ ਨਾਲ ਕਿਸੇ ਤਰ੍ਹਾਂ ਦਾ ਵੱਡਾ ਛੋਟਾ ਇੱਦਾਂ ਦਾ ਕੋਈ ਵਿਤਕਰਾ ਜਿਹੜਾ ਉਹ ਸੰਵਿਧਾਨ ਕਰਨ ਨੂੰ ਨਹੀਂ ਕਹਿੰਦਾ। ਸੋ ਸੰਵਿਧਾਨ ਦੇ ਅਨੁਸਾਰ ਭਾਰਤ ਵਿੱਚ ਕਿਸੇ ਦਾ ਵੀ ਜਿਹੜਾ ਸ਼ੋਸ਼ਣ ਨਹੀਂ ਕੀਤਾ ਜਾ ਸਕਦਾ। ਭਾਰਤ ਦੇ ਸਾਰੇ ਵਸਨੀਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਦੇ ਅਧਿਕਾਰ ਹਨ, ਉਹਨਾਂ ਨੂੰ ਨਿਆਂ ਮਿਲੇਗਾ। ਇਸ ਤੋਂ ਬਾਅਦ ਹੈ ਧਰਮ ਨਿਰਪੱਖ ਰਾਜ। ਇਸ ਦੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਭਾਰਤ ਹੈ, ਭਾਰਤ ਦੇ ਰਾਜ ਦਾ ਜਾਂ ਭਾਰਤ ਦੇਸ਼ ਦਾ ਕੋਈ ਇੱਕ ਧਰਮ ਨਹੀਂ ਹੈ। ਭਾਰਤ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਸਤਿਕਾਰ ਮਿਲਦਾ ਹੈ। ਹਰੇਕ ਨਾਗਰਿਕ ਨੂੰ ਜਿਹੜਾ ਹੈ ਆਪਣਾ ਧਰਮ ਮੰਨਣ ਅਤੇ ਉਸ ਦਾ ਪ੍ਰਚਾਰ ਕਰਨ ਦਾ ਅਧਿਕਾਰ ਹੈ। ਸਾਡੇ ਦੇਸ਼ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਰਲ ਮਿਲ ਕੇ ਰਹਿੰਦੇ ਹਨ ਤੇ ਸਾਰਿਆਂ ਦਾ ਬਰਾਬਰ ਸਤਿਕਾਰ ਹੈ। ਇਸ ਤੋਂ ਬਾਅਦ ਹੈ ਲੋਕਤੰਤਰੀ ਰਾਜ। ਲੋਕਤੰਤਰੀ ਰਾਜ ਤੋਂ ਇਹ ਭਾਵ ਹੈ ਕਿ ਜਿਹੜੀ ਰਾਜ ਪ੍ਰਬੰਧ ਕਰਨ ਦੀ ਸ਼ਕਤੀ ਹੈ ਉਹ ਭਾਰਤ ਦੀ ਜਨਤਾ ਕੋਲ ਹੈ। ਭਾਰਤ ਦੀ ਜਨਤਾ ਕੋਲ ਕਿਵੇਂ ਹੈ ਕਿ ਅਸੀਂ ਦੇਖਦੇ ਹਾਂ ਕਿ ਹਰ 5 ਸਾਲ ਬਾਅਦ ਸਾਡੇ ਦੇਸ਼ ਵਿੱਚ ਚੋਣਾਂ ਹੁੰਦੀਆਂ ਹਨ ਅਤੇ ਅਸੀਂ ਆਪਣੀ ਮਰਜ਼ੀ ਦਾ ਇੱਕ ਨੇਤਾ ਅਸੀਂ ਚੁਣ ਕੇ ਸੰਸਦ ਵਿੱਚ ਭੇਜਦੇ ਹਾਂ। ਸੋ ਜਿਹੜਾ ਰਾਜ ਪ੍ਰਬੰਧ ਹੈ ਇਸ ਵਿੱਚ ਕਿਸੇ ਵਿਸ਼ੇਸ਼ ਵਰਗ, ਸ਼੍ਰੇਣੀ ਜਾਂ ਦਲ ਦਾ ਕੰਟਰੋਲ ਨਹੀਂ ਹੁੰਦਾ। ਸਾਡੇ ਦੇਸ਼ ਵਿੱਚ ਚੋਣਾਂ ਹੁੰਦੀਆਂ ਹਨ ਤੇ ਜਿਹੜੀ ਅਸੀਂ ਆਪਣੇ ਨੁਮਾਇੰਦਿਆਂ ਦੀ ਚੋਣ ਕਰਕੇ ਜਿਹੜੀ ਹੈ ਉਸ ਨੂੰ ਸੰਸਦ ਵਿੱਚ ਭੇਜਦੇ ਹਾਂ ਤੇ ਉਹ ਜਾ ਕੇ ਸਾਡੇ ਦੇਸ਼ ਦਾ ਸ਼ਾਸਨ ਪ੍ਰਬੰਧ ਚਲਾਉਂਦੇ ਹਨ। ਤੇ ਇਹ ਜਿਹੜੇ ਲੋਕ ਹਨ ਇਹ ਸਾਡੇ ਪ੍ਰਤੀ ਜਵਾਬਦੇਹ ਵੀ ਹੁੰਦੇ ਹਨ, ਕਿਉਂਕਿ ਜੇਕਰ ਇਹ ਕੰਮ ਨਹੀਂ ਕਰਦੇ ਤਾਂ ਫਿਰ ਅਸੀਂ ਉਸ ਇਨਸਾਨ ਨੂੰ ਜਾਂ ਉਸ ਨੇਤਾ ਨੂੰ ਵੋਟ ਨਹੀਂ ਪਾਉਂਦੇ। ਸੋ ਇਹ ਜਿਹੜੇ ਹਨ ਭਾਰਤ ਸਰਕਾਰ ਆਪਣੇ ਕੰਮਾਂ ਅਤੇ ਨੀਤੀਆਂ ਪ੍ਰਤੀ ਲੋਕਾਂ ਅੱਗੇ ਜਵਾਬਦੇਹ ਹੁੰਦੀ ਹੈ। ਇਸ ਤੋਂ ਬਾਅਦ ਹੈ ਗਣਰਾਜ। ਗਣਰਾਜ ਤੋਂ ਭਾਵ ਹੈ ਕਿ ਭਾਰਤ ਦਾ ਇੱਕ ਜਿਹੜਾ ਮੁਖੀ ਹੈ ਉਹ ਸਾਡਾ ਰਾਸ਼ਟਰਪਤੀ ਹੋਵੇਗਾ। ਉਸ ਦੀ ਚੋਣ ਵੀ ਜਿਹੜੀ ਹੈ ਉਹ ਲੋਕਾਂ ਦੇ ਪ੍ਰਤੀਨਿਧੀਆਂ ਦੁਆਰਾ ਹੋਏਗੀ ਅਤੇ ਇੱਕ ਨਿਸ਼ਚਿਤ ਸਮੇਂ ਲਈ ਹੋਏਗੀ ਤੇ ਉਸ ਦਾ ਅਹੁਦਾ ਜੱਦੀ ਪੁਸ਼ਤੀ ਨਹੀਂ ਹੋਏਗਾ। ਰਾਸ਼ਟਰਪਤੀ ਜਿਹੜਾ ਹੈਗਾ ਉਹ ਹਮੇਸ਼ਾ ਹੀ ਲੋਕਾਂ ਦੇ ਪ੍ਰਤੀ ਜਵਾਬਦੇਹ ਹੁੰਦਾ ਹੈ। ਤੇ ਬੱਚਿਓ, ਅਖੀਰ ਵਿੱਚ ਮੈਂ ਇੱਥੇ ਇਹ ਦੱਸਣਾ ਵੀ ਜ਼ਰੂਰੀ ਸਮਝਦਾ ਹਾਂ ਕਿ ਜਿਹੜੀ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਹੈ ਉਸ ਵਿੱਚ ਜਿਹੜਾ ਸ਼ਬਦ ਹੈ ਸਮਾਜਵਾਦੀ ਜਾਂ ਧਰਮ ਨਿਰਪੱਖ, ਰਾਸ਼ਟਰੀ ਏਕਤਾ ਅਤੇ ਅਖੰਡਤਾ, ਇਹ ਜਿਹੜੇ ਸ਼ਬਦ ਸਨ ਇਹ 1976 ਈਸਵੀ ਵਿੱਚ 42ਵੀਂ ਸੰਵਿਧਾਨਕ ਸੋਧ ਦੁਆਰਾ ਜਿਹੜਾ ਹੈ ਉਹ ਪ੍ਰਸਤਾਵਨਾ ਦੇ ਵਿੱਚ ਜੋੜੇ ਗਏ ਸਨ। 1949 ਦੇ ਵਿੱਚ ਜਦੋਂ ਸੰਵਿਧਾਨ ਬਣਾਇਆ ਗਿਆ ਜਾਂ 1950 ਦੇ ਵਿੱਚ ਜਦੋਂ ਸੰਵਿਧਾਨ ਲਾਗੂ ਕੀਤਾ ਗਿਆ ਉਦੋਂ ਇਹ ਸ਼ਬਦ ਨਹੀਂ ਸਨ। ਸੋ ਅਖੀਰ ਵਿੱਚ ਪਿਆਰੇ ਵਿਦਿਆਰਥੀਓ, ਮੈਂ ਆਸ ਕਰਦਾ ਹਾਂ ਕਿ ਜਿੰਨੀਆਂ ਵੀ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ ਹਨ ਤੁਸੀਂ ਉਹਨਾਂ ਨੂੰ ਨੋਟ ਕਰ ਲਿਆ ਹੋਵੇਗਾ, ਕਿਉਂਕਿ ਸਮੇਂ ਦੀ ਕਮੀ ਹੈ। ਇਸ ਕਾਰਨ ਮੈਂ ਇੱਕ ਕੋਸ਼ਿਸ਼ ਕੀਤੀ ਹੈ ਕਿ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਵਿਸਥਾਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂ। ਇਸ ਤੋਂ ਬਾਅਦ ਮੈਂ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਹਨ ਉਹਨਾਂ ਨੂੰ ਵੀ ਤੁਹਾਡੇ ਨਾਲ ਸਾਂਝਾ ਕਰਾਂਗਾ। ਉਦੋਂ ਤੱਕ ਸਭ ਨੂੰ ਮੇਰੀ ਇੱਕ ਵਾਰੀ ਫਿਰ ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਦਵਿੰਦਰ ਸ਼ਰਮਾ, ਜ਼ਿਲ੍ਹਾ ਕਪੂਰਥਲਾ ਤੋਂ। ਧੰਨਵਾਦ ਬੱਚਿਓ।